ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰਿਆਂ ਨੂੰ ਪਤਾ ਹੈ ਕਿ 6ਵੀਂ ਲੜੀ ਜਿਹੜੀ ਆਰੰਭ ਹੋਈ ਹੈ ਅਖੰਡ ਪਾਠਾਂ ਦੀ, ਇਹ ਲਾਸਟ ਲੜੀ ਹੈ। ਸਾਰੀਆਂ ਸੰਗਤਾਂ ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਭਰੋ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਸਾਰੇ ਕੀਰਤਨ ਦਾ ਆਨੰਦ ਮਾਣ ਕੇ ਜਾਣਾ ਹੈ। ਹੁਣ ਪਰਮ ਸਤਿਕਾਰਯੋਗ ਸੰਤ ਗੁਰਮੀਤ ਸਿੰਘ ਜੀ अपने पूरे जत्थे दे नाल सानू कीर्तन द्वारा निहाल करनगे। उस तो बाद भाई रविंदर सिंह जी, फिर सेवा सिमरन सोसाइटी जिहड़ी बाबा जी ने बख्शिश की हुई सी, उन्होंने भी बेनती है कि वो अपना जत्था तैयार रखन। सारिਆਂ ने हाज़री लवानी है। गज वज के एक बारी सारी संगत जयकारा दास छड़ेगा, सारी संगत ने जवाब देना है, फिर इस कीर्तन दरबार की आरंभता होगी। बोले सो निहाल। वाहिगुरू जी का खालसा, वाहिगुरू जी की फतेह। वाहेगुरु वाहेगुरु। मैं हर हर नाम तर सोई, ज्यों भावे त्यों राख मेरे साहिब। मैं तुझ बिन अवर न कोई, मैं ताण दीवाण तू है मेरे स्वामी। मैं ताण दीवाण तू है मेरे स्वामी। मैं तुद आगे अरदास, मैं होर थाऊं नाही जिस पै करूं बिनंती। मेरा दुख सुख तुझ ही पास। हऊं वारी हऊं वारणे, कुर्बान तेरे नाम नो। कुर्बान तेरे नाम नो। हऊं वारी हऊं वारणे, कुर्बान तेरे नाम नो। कुर्बान तेरे नाम नो। हऊं वारी हऊं वारणे, कुर्बान तेरे नाम नो। कुर्बान तेरे नाम नो। जोगी अंदर जोगिया, तुम भोगी अंदर भोगिया। जोगी अंदर जोगिया, तुम भोगी अंदर भोगिया। तेरा अंत ना पाया, सुरग मछ अयाल जियो। हऊं वारी हऊं
ਤੁਧ ਸੰਸਾਰ ਉਪਾਇਆ, ਸਿਰੇ ਸਿਰ ਤਨ ਦੇ ਲਾਇਆ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਤਨ ਦੇ ਲਾਇਆ। ਵੇਖ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲ ਜੀਓ। ਵੇਖ ਕੀਤਾ ਆਪਣਾ, ਕਰ ਕੁਦਰਤ ਪਾਸਾ ਟਾਲ ਜੀਓ। ਹਉ ਵਾਰੀ ਹਉ ਵਾਰਨੈ, ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ। ਪ੍ਰਗਟ ਪਹਾੜ ਜਾਪਦਾ, ਸਭਨਾ ਮੈਨੂੰ ਪਰਤਾਪਦਾ। ਪ੍ਰਗਟ ਪਹਾੜ ਜਾਪਦਾ, ਸਭਨਾ ਮੈਨੂੰ ਪਰਤਾਪਦਾ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਹਉ ਵਾਰੀ ਹਉ ਵਾਰਨੈ, ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ। ਹਉ ਵਾਰੀ ਹਉ ਵਾਰਨੈ, ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ। ਸਤਿਗੁਰ ਕੋ ਬਲ ਜਾਈਐ, ਜਿਤ ਮਿਲਿਐ ਪਰਮ ਗਤ ਪਾਈਐ। ਸਤਿਗੁਰ ਕੋ ਬਲ ਜਾਈਐ, ਜਿਤ ਮਿਲਿਐ ਪਰਮ ਗਤ ਪਾਈਐ। ਸੁਰ ਨਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਹਉ ਵਾਰੀ ਹਉ ਵਾਰਨੈ, ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ।
ਸਤ ਸੰਗਤ ਕੈਸੀ ਜਾਣੀਐ, ਜਿਤੈ ਏਕੋ ਨਾਮ ਵਖਾਣੀਐ। ਸਤ ਸੰਗਤ ਕੈਸੀ ਜਾਣੀਐ, ਜਿਤੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹਉ ਵਾਰੀ ਹਉ ਵਾਰਨੈ, ਕੁਰਬਾਨ ਤੇਰੇ ਨਾਮ ਨੂੰ, ਕੁਰਬਾਨ ਤੇਰੇ ਨਾਮ ਨੂੰ। ਵਾਹਿਗੁਰੂ 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 ਵਾਹਿਗੁਰੂ। ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਜਪੋ ਸਾਰੇ ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ,
ਸੰਗਤ ਕਰਨੀ ਸਾਧੂਆਂ ਦੀ, ਸੰਗਤ ਕਰਨੀ ਸਾਧੂਆਂ ਦੀ, ਸੰਗਤ ਕਰਨੀ ਸਾਧੂਆਂ ਦੀ, ਸੰਗਤ ਕਰਨੀ ਸਾਧੂਆਂ ਦੀ, ਸੰਗਤ ਕਰਨੀ ਜੀ 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 ਸਾਧੂਆਂ ਦੀ, ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ, ਲੜ ਲੱਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ, ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ, ਲੜ ਲੱਗਣਾ ਏ ਗੁਰੂ ਗ੍ਰੰਥ ਸਾਹਿਬ ਦੇ, ਸੰਗਤ ਕਰਨੀ ਸਾਧੂਆਂ ਦੀ। ਵਾਹਿਗੁਰੂ 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 ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਪਰਮ ਪੂਜਯ ਬਾਬਾ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਰਾਮ ਸਿੰਘ ਮਹਾਰਾਜ ਜੀ ਨੇ ਆਪਾਂ ਸਾਰਿਆਂ ਨੂੰ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੜ ਲਾਇਆ ਹੋਇਆ ਹੈ। ਰੱਬੀ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਸੇਵਾ ਕਰਦੇ ਹੋ, ਇਹ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਹੀ ਮਿਲਦਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਬਚਨ ਕਰਦੇ ਨੇ, ਜਿਹੜਾ ਆਪਾਂ ਪਹਿਲਾ ਸ਼ਬਦ ਪੜਿਆ ਸੀ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ 부ਝਾਈ ਜੀਓ। ਇਹਨਾਂ ਪੰਕਤੀਆਂ ਵਿੱਚ ਸਵਾਲ ਜਵਾਬ ਨੇ। ਮਹਾਰਾਜ ਕਹਿੰਦੇ ਨੇ ਕਿਹੋ ਜਿਹੇ ਇਕੱਠ ਨੂੰ ਸਤ ਸੰਗਤ ਸਮਝਣਾ ਚਾਹੀਦਾ ਹੈ, ਤੇ ਇਸ ਦਾ ਜਵਾਬ ਵੀ ਦਿੰਦੇ ਨੇ। ਕਹਿੰਦੇ ਨੇ ਸਤਸੰਗ ਉਹ ਹੈ ਜਿੱਥੇ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਆਪਾਂ ਨੂੰ ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ ਸਤਸੰਗ ਵਿੱਚ ਸਿਰਫ ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ ਦਾ ਹੁਕਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਹੂ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ, ਕਾਹੂ ਜਲਪਾਨ ਕੀ ਰਹਿਤ ਅਰੋਗ ਦੇਹੀ, ਕਾਹੂ ਜਲਪਾਨ ਵਿਆਪੈ ਬਿਰਥਾ ਬਿਲਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਪਾਣੀ ਦੀ ਬੂੰਦ ਗਰਮ ਤਵੇ ਤੇ ਪਵੇ ਤਾਂ ਮਿਟ ਜਾਂਦੀ ਹੈ। ਪਾਣੀ ਦੀ ਬੂੰਦ ਕਮਲ ਦੇ ਪੱਤੇ ਤੇ ਗਿਰੇ ਤਾਂ ਮੋਤੀ ਦੀ ਤਰ੍ਹਾਂ ਚਮਕਦੀ ਹੈ। ਸਿੱਪ ਤੇ ਡਿੱਗੇ ਤਾਂ ਖੁਦ ਮੋਤੀ ਬਣ ਜਾਂਦੀ ਹੈ। ਪਾਣੀ ਦੀ ਬੂੰਦ ਤਾਂ ਉਹੀ ਹੈ, ਫਰਕ ਏ ਸਿਰਫ ਤਾਂ ਸਿਰਫ ਬਸ ਸੰਗਤ ਦਾ। ਸੋ ਇਸ ਕਰਕੇ ਭਾਈ ਆਪਾਂ ਨਾਮ ਜਪਣ ਵਾਲਿਆਂ ਦੀ ਹੀ ਸੰਗਤ ਕਰਨੀ ਹੈ। ਸਾਨੂੰ ਬਾਬਾ ਜੀ ਨੇ ਇਹੀ ਸਮਝਾਇਆ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦਾ ਬਚਨ,
ਜਿਨ੍ਹਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਕਈ ਦਿਨਾਂ ਤੋਂ। ਪਰਸੋਂ ਜਨਮ ਦਿਹਾੜਾ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਦਾ ਬਚਨ ਹੈ, ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜੋ। ਤੇ ਫਿਰ ਪ੍ਰੇਰਣਾ ਦਿੰਦੇ ਸਨ, ਜੁਗਤੀ ਦੱਸਦੇ ਸਨ ਮਹਾਂਪੁਰਸ਼ ਆਪਣੇ ਬਚਨਾਂ ਵਿੱਚ। ਕਹਿੰਦੇ ਸਨ ਅੰਮ੍ਰਿਤ ਵੇਲੇ ਉੱਠਣ ਦੇ ਇਸ਼ਨਾਨ ਦਾ ਫਲ ਕੀ ਹੈ? ਕਈ ਸਵਾਲ ਕਰ ਦਿੰਦੇ ਨੇ, ਅੰਮ੍ਰਿਤ ਵੇਲੇ ਕਿਉਂ ਉੱਠਣਾ ਚਾਹੀਦਾ ਹੈ, ਇਹਦਾ ਫਲ ਕੀ ਹੈ? ਤੇ ਫਿਰ ਬਾਬਾ ਜੀ ਸਮਝਾਉਂਦੇ ਸਨ, ਭਾਈ ਸਵਾ ਪਹਿਰ ਤੜਕੇ ਉੱਠ ਕੇ ਨਿਤਨੇਮ ਕਰੀਏ, ਉਸ ਦਾ ਮਹਾਤਮ ਜਿਵੇਂ ਸਵਾ ਮਨ ਸੋਨੇ ਦਾ ਪੁੰਨ ਕਰਨਾ ਹੈ। ਆਖੋ ਸਤਨਾਮ। ਸਵਾ ਪਹਿਰ ਤੜਕੇ ਉੱਠ ਕੇ ਨਿਤਨੇਮ ਕਰੀਏ, ਉਸ ਦਾ ਮਹਾਤਮ ਕੀ ਹੈ? ਜਿਵੇਂ ਸਵਾ ਮਣ ਸੋਨੇ ਦਾ ਪੁੰਨ ਕਰਨਾ। ਇੱਕ ਪਹਿਰ ਤੜਕੇ ਦੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰੀਏ, ਉਸ ਦਾ ਫਲ ਕੀ ਹੈ? ਜਿਵੇਂ ਸਵਾ ਮਣ ਚਾਂਦੀ ਪੁੰਨ ਕਰਨਾ। ਹੁਣ ਅੱਧ ਪਹਿਰ ਪਹਿਲਾਂ ਉੱਠ ਕੇ ਇਸ਼ਨਾਨ ਕਰੇ, ਨਿਤਨੇਮ ਕਰੇ, ਉਸ ਦਾ ਮਹਾਤਮ ਕੀ ਹੈ? ਜਿਵੇਂ ਸਵਾ ਮਣ ਤਾਂਬਾ ਪੁੰਨ ਕਰ ਦੇਣਾ। ਪਉ ਪੁੱਠਣ, ਜਦੋਂ ਪਉ ਫੁੱਟਦੀ ਹੈ, ਪਉ ਫੁੱਟਣ, ਸੂਰਜ ਚੜ੍ਹਨ ਤੋਂ ਪਹਿਲਾਂ ਜਦੋਂ ਚਿੱਟਾ ਜਿਹਾ ਹੁੰਦਾ ਹੈ ਨਾ, ਉਸ ਵੇਲੇ ਇਸ਼ਨਾਨ ਕਰੀਏ, ਨਿਤਨੇਮ ਕਰੀਏ, ਉਸ ਦਾ ਫਲ ਕੀ ਹੈ? ਬਾਬਾ ਜੀ ਦਾ ਬਚਨ ਕਹਿੰਦੇ ਜਿਵੇਂ ਸਵਾ ਮਣ ਦੁੱਧ ਦਾ ਪੁੰਨ ਕਰਨਾ। ਤੇ ਸੂਰਜ ਚੜ੍ਹਨ ਤੋਂ ਬਾਅਦ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਉਹਦਾ ਨਾ ਪੁੰਨ ਤੇ ਨਾ ਪਾਪ, ਕੇਵਲ ਸਰੀਰ ਦੀ ਸੁੱਧੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਮਨ ਸਿਰਫ ਮਨੁੱਖਾਂ ਦੇ ਨਾਲ ਹੀ ਨਹੀਂ, ਜਿਹੜਾ ਸਾਡਾ ਮਨ ਹੈ ਇਹ ਸਿਰਫ ਮਨੁੱਖਾਂ ਦੇ ਨਾਲ ਹੀ ਨਹੀਂ, ਜੇ ਇਹ ਰੁੱਖਾਂ ਨਾਲ ਪਿਆਰ ਕਰਨ ਲੱਗਦਾ ਹੈ ਤਾਂ ਉਸ ਦਾ ਅਸਰ ਵੀ ਇਸ ਤੇ ਹੁੰਦਾ ਹੈ। ਜੇ ਜਾਨਵਰਾਂ ਨਾਲ ਪਿਆਰ ਕਰਦਾ ਹੈ ਤਾਂ ਇਸ ਦਾ ਵੀ ਅਸਰ ਮਨ ਤੇ ਹੁੰਦਾ ਹੈ। ਭਾਵ ਮਨੁੱਖ ਦਾ ਮਨ ਜਿਸ ਨੂੰ ਵੀ ਪਿਆਰ ਕਰਨ ਲੱਗ ਜਾਏ, ਭਾਵੇਂ ਉਹ ਬੁਰੇ ਬੋਲ ਹੋਣ ਜਾਂ ਚੰਗੇ, ਮਾੜੀ ਵਿਚਾਰ ਹੋਵੇ ਜਾਂ ਚੰਗੀ, ਲਾਲਚ ਤੇ ਕਾਮ ਨਾਲ ਭਰੇ ਖਿਆਲ ਹੋਣ ਜਾਂ ਭਾਈਚਾਰੇ ਤੇ ਆਤਮਾ ਦੀ ਖੁਰਾਕ ਨਾਲ ਭਰੇ ਹੋਣ, ਮਨ ਜਿਸ ਨੂੰ ਵੀ ਪਿਆਰ ਕਰਨ ਲੱਗ ਜਾਏਗਾ, ਮਨ ਤੇ ਉਸੇ ਦਾ ਹੀ ਅਸਰ ਹੋ ਜਾਂਦਾ ਹੈ। ਉਸੇ ਤਰ੍ਹਾਂ ਇਹ ਮਨ ਵਿਹਾਰ ਕਰਨ ਲੱਗ ਪੈਂਦਾ ਹੈ। ਪਰ ਇੱਕ ਸੰਗਤ ਐਸੀ ਹੈ, ਜਿਹੜੀ ਸੰਗਤ ਵਿੱਚ ਹੁਣ ਤੁਸੀਂ ਬੈਠੇ ਹੋ, ਗੁਰਬਾਣੀ ਦੀ ਸੰਗਤ, ਰੱਬੀ ਪਿਆਰ ਦੀ ਸੰਗਤ, ਜੇ ਮਨ ਨੂੰ ਗੁਰਬਾਣੀ ਦੀ ਸੰਗਤ ਪਿਆਰੀ ਲੱਗਣ ਲੱਗ ਜਾਏ, ਫਿਰ ਵਿਸ਼ਵਾਸ ਕਰਨਾ ਕਿ ਜ਼ਿੰਦਗੀ ਵਿੱਚ ਕਿਸੇ ਹੋਰ ਦੀ ਸੰਗਤ ਦਾ ਅਸਰ ਨਹੀਂ ਪੈਂਦਾ। ਆਖੋ ਸਤਨਾਮ। ਫਿਰ ਇਹ ਸਦਾ ਇੱਕੋ ਜਿਹਾ ਰੱਬੀ ਰੂਪ ਬਣ ਕੇ ਰਹਿੰਦਾ ਹੈ, ਕਿਉਂਕਿ ਗੁਰਬਾਣੀ ਉਸੇ ਦਾ ਹੀ ਰੂਪ ਹੈ। ਪਰ ਸਾਡੀ ਜੋ ਹਾਲਤ ਹੈ, ਭਗਤ ਸਾਹਿਬ ਬਾਬਾ ਕਬੀਰ ਜੀ ਦਾ ਬਚਨ ਗੁਰਬਾਣੀ ਵਿੱਚ ਆਇਆ ਹੈ, ਸਾਨੂੰ ਦੱਸ ਦੇਂਗੇ। ਬਚਨ ਕਰਦੇ ਹਨ ਕਿ ਮਨ ਜੇ ਥੋੜਾ ਚਿਰ ਉਸ ਦੀ ਯਾਦ ਵਿੱਚ ਬੈਠਦਾ ਹੈ ਤਾਂ ਇਹ ਪੰਖੀ ਬਣ ਕੇ ਉੱਡ ਜਾਂਦਾ ਹੈ। ਮਨ ਥੋੜਾ ਚਿਰ ਵੀ ਉਸ ਪਿਆਰੇ ਦੀ ਯਾਦ ਵਿੱਚ, ਰੱਬ ਦੀ ਯਾਦ ਵਿੱਚ ਬੈਠਦਾ ਹੈ ਤਾਂ ਇਹ ਪੰਖੀ ਬਣਦਾ ਹੈ ਤੇ ਉੱਡ ਜਾਂਦਾ ਹੈ। ਜਿਸ ਨੂੰ ਬਾਬਾ ਜੀ ਨੇ ਕਿਹਾ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਭਗਤ ਕਬੀਰ ਜੀ ਕਹਿੰਦੇ ਨੇ ਕਿ ਹੇ ਕਬੀਰ, ਇਹ ਜਾਣਦਿਆਂ ਵੀ ਕਿ ਪ੍ਰਭੂ ਦੀ ਸਿਫਤ ਸਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ ਚਰਨਾਂ ਵਿੱਚ ਜੋੜਦੀ ਹੈ, ਇਹ ਜਾਣਦਾ ਹੈ। ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ, ਜਾਣਦਾ ਹੋਇਆ ਵੀ ਪੰਛੀ ਬਣ ਜਾਂਦਾ ਹੈ। ਇੱਕ ਪ੍ਰਭੂ ਦਾ ਆਸਰਾ ਛੱਡ ਕੇ ਭਟਕ ਭਟਕ ਕੇ ਮਾਇਕ ਪਦਾਰਥਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ। ਪਰ ਇਹ ਕੁਦਰਤ ਦਾ ਨਿਯਮ ਹੈ
ਕਿ ਜੋ ਮਨੁੱਖ ਜਿਹੋ ਜੀ ਸੰਗਤ ਵਿੱਚ ਬੈਠਦਾ ਹੈ ਉਹ ਜਾਈ ਉਸ ਨੂੰ ਫਲ ਮਿਲਦਾ ਹੈ। ਹੁਣ ਕਹੋਗੇ ਕਿ ਸਤਸੰਗ ਕਰਨ ਦਾ ਕੀ ਲਾਭ ਹੈ, ਕੀ ਮਹੱਤਮ ਹੈ? ਭਾਈ, ਸਤਸੰਗ ਕਰਨ ਦੇ ਨਾਲ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਆਖੋ ਸਤਨਾਮ। ਇਸ ਕਰਕੇ ਕਰਨੀ ਚਾਹੀਦੀ ਹੈ ਸਤਸੰਗ। ਸਤਸੰਗ ਕਰਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ। ਜੋ ਵੀ ਕੰਮ ਹੱਥ ਵਿੱਚ ਲਵੋਗੇ ਉਹ ਜਲਦੀ ਪੂਰਾ ਹੋ ਜਾਏਗਾ। ਜਦੋਂ ਆਪ ਖੁਦ ਧਿਆਨ ਕਰੀਏ ਤਾਂ ਉਸ ਨੂੰ ਤਪ ਕਹਿੰਦੇ ਨੇ। ਜਦੋਂ ਸੰਗਤੀ ਰੂਪ ਵਿੱਚ ਧਿਆਨ ਕਰੀਏ ਤਾਂ ਉਸ ਨੂੰ ਸਤਸੰਗ ਕਹਿੰਦੇ ਨੇ। ਤੇ ਸਤਸੰਗ ਕਰਨ ਤੋਂ ਬਾਅਦ ਜੋ ਇੱਛਾ ਬਣਦੀ ਹੈ, ਜਿਸ ਤਰ੍ਹਾਂ ਹੁਣ ਤੁਸੀਂ ਬੜੇ ਸਮੇਂ ਤੋਂ ਬੈਠ ਕੇ ਸਤਸੰਗ ਸੁਣ ਰਹੇ ਹੋ, ਕਰ ਰਹੇ ਹੋ, ਜੋ ਵੀ ਇੱਛਾ ਬਣੇਗੀ ਉਸ ਨੂੰ ਮਹਾਰਾਜ ਭਾਗ ਲਾਂਦਾ ਹੈ, ਉਹ ਪੂਰੀ ਕਰ ਦਿੰਦਾ ਹੈ। ਉਹ ਤੁਹਾਡਾ ਮਨ ਦਾ ਜੋ ਖਿਆਲ ਸੰਕਲਪ ਹੈ ਉਹ ਗੁਰੂ ਪੂਰਾ ਕਰ ਦਿੰਦਾ ਹੈ। ਸੋ ਭਾਈ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਸੰਤ ਬਾਬਾ ਤ੍ਰਿਲੋਚਨ ਸਿੰਘ ਜੀ ਦਾ ਅਤੇ ਸਮੂਹ ਇੱਥੋਂ ਦੇ ਰਹਿਣ ਵਾਲੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਇਹ ਪਿਆਰ ਦਿਨੋਂ ਦਿਨ ਵੱਧਦਾ ਜਾਏ। ਜਿਨ੍ਹਾਂ ਵੀ ਸੰਗਤਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਸਭ ਨੂੰ ਬੇਨਤੀ ਹੈ ਕਿ ਆਪੋ ਆਪਣੀ ਡਿਊਟੀ ਤੇ ਤਤਪਰ ਹੋ ਕੇ, ਭਾਈ ਬਾਬਾ ਜੀ ਤਾਂ ਇਸੇ ਵਿੱਚ ਖੁਸ਼ ਹੁੰਦੇ ਹਨ। ਦਾਸ ਬੇਨਤੀ ਕਰਦਾ ਹੈ ਕਿ ਪਰਸੋਂ 26 ਤਰੀਕ ਨੂੰ ਨਾਨਕਸਰ ਦਰਬਾਰ ਏਕਤਾ ਕਲੋਨੀ ਤੋਂ, ਕਰਨਾਲ ਤੋਂ ਬੱਸਾਂ ਆਉਣੀਆਂ ਹਨ। ਇੱਕ ਦੂਸਰੀ ਸੰਗਤ ਨੂੰ ਜ਼ਰੂਰ ਦੱਸ ਦੇਣਾ। ਜਿਹੜੀਆਂ ਸੰਗਤਾਂ ਹੋਰ ਸਵਾਰੀਆਂ ਤੇ ਨਹੀਂ ਪਹੁੰਚ ਸਕਦੀਆਂ, ਉਹ ਨਾਨਕਸਰ ਏਕਤਾ ਕਲੋਨੀ ਗੁਰਦੁਆਰੇ ਵਿੱਚ ਪਹੁੰਚ ਜਾਣਾ। ਸਵੇਰੇ ਚੱਲਣ ਦਾ ਉੱਥੋਂ ਸਮਾਂ ਹੈ 9 ਵਜੇ ਦਾ। ਇੱਥੇ ਫਿਰ ਸਾਰਾ ਸਤਸੰਗ ਸੁਣ ਕੇ 4 ਵਜੇ ਫਿਰ ਇੱਥੋਂ ਵਾਪਸੀ ਜਾਣਾ ਹੈ। ਰੋਜ਼ਾਨਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਬਾਬਾ ਜੀ ਦੀ ਪ੍ਰੇਰਣਾ ਸਦਕਾ ਸੰਗਤਾਂ ਉੱਥੋਂ ਲੰਗਰ ਵੀ ਲੈ ਕੇ ਆਉਂਦੀਆਂ ਹਨ। ਜਿਹੜੀਆਂ ਸੰਗਤਾਂ ਨੇੜੇ ਤੇੜੇ ਦੀਆਂ ਹਨ, ਉਹਨਾਂ ਨੂੰ ਬੇਨਤੀ ਹੈ ਕਿ ਜੇ ਤੁਹਾਡਾ ਮਨ ਕਰੇ ਕਿ ਅਸਥਾਨ ਤੇ ਇੱਥੇ ਲੰਗਰ ਪਹੁੰਚੇ ਤਾਂ ਉੱਥੇ ਪਹੁੰਚਾ ਦੇਣਾ। ਉੱਥੋਂ ਫਿਰ ਸੰਗਤ ਇੱਥੇ ਲੈ ਕੇ ਆਉਂਦੀ ਹੈ ਲੰਗਰ। ਜੋ ਇਹ ਸੇਵਾ ਸਾਨੂੰ ਬਾਬਾ ਜੀ ਨੇ ਬਖਸ਼ੀ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਮਹਾਰਾਜ ਕਿਰਪਾ ਕਰਨੀ। ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ। ਇਸੇ ਤਰ੍ਹਾਂ ਸਾਧੂਆਂ ਦੀ ਸੰਗਤ ਕਰਕੇ ਇਹ ਰੰਗ ਲੱਗਦਾ ਹੀ ਜਾਏ। ਕਦੇ ਸਾਧ ਸੰਗਤ ਨਹੀਂ ਛੱਡਣੀ, ਰੰਗ ਲੱਗਦਾ ਲੱਗ ਜਾਊਗਾ। ਹੋਈ ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ ਦੇ ਨਾਲ ਸੰਤ ਬਾਬਾ ਮਨਜੀਤ ਸਿੰਘ ਜੀ ਪਾਸੋਂ ਸਰਵਣ ਕਰੋ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਗੁਰਮੀਤ ਸਿੰਘ ਜੀ ਨਾਨਕਸਰ ਕਰਨਾਲ ਵਾਲੇ ਬੜੇ ਹੀ ਪਿਆਰ ਦੇ ਵਿੱਚ ਸ਼ਬਦ ਸਿਮਰਨ ਕਰਵਾਇਆ। ਨਾਲ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਬੜੇ ਪਿਆਰ ਦੇ ਨਾਲ, ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਸਮਝਾਇਆ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਜਿਵੇਂ ਇਹਨਾਂ ਨੇ ਦੱਸਿਆ ਕਿ ਕਰਨਾਲ ਤੋਂ ਸੰਗਤਾਂ ਲਿਆਉਣ ਦੀ ਸੇਵਾ ਵੀ ਨਿਭਾ ਰਹੇ ਨੇ ਔਰ ਲੰਗਰ ਪ੍ਰਸ਼ਾਦੇ ਦੀ ਸੇਵਾ ਵੀ ਉੱਥੋਂ ਆ ਰਹੀ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਇਹਨਾਂ ਦਾ ਘਰ ਹੈ, ਸਾਡੇ ਤੋਂ ਪਹਿਲਾਂ ਇਹਨਾਂ ਦਾ ਘਰ ਹੈ। ਤਾਂ ਗੁਰੂ ਕੀ ਸੰਗਤ ਜੀ, ਬੇਨਤੀ ਕਰਾਂਗਾ, ਹੁਣ ਸਮਾਂ ਬਹੁਤ ਘੱਟ ਰਹਿ ਗਿਆ ਕਿਉਂਕਿ ਲਗਭਗ ਜਿਹੜੇ ਪਾਣੀਪਤ ਦੀ ਸੰਗਤ ਔਰ ਕਰਨਾਲ ਦੀ ਸੰਗਤ ਪਹੁੰਚੀ ਹੈ, ਉਹ ਸਰਦਾਰ ਮਾਨ ਸਿੰਘ ਜੀ ਦੱਸ ਰਹੇ ਨੇ ਸਾਡੇ ਕੋਲ 8 ਜੱਥੇ ਪਹੁੰਚੇ ਨੇ ਤੇ 8 ਜੱਥਿਆਂ ਨੇ ਕਿਵੇਂ ਸਮਾਂ ਲਾਣਾ ਹੈ, ਉਹ ਸਾਰੀ ਸੈਟਿੰਗ ਇੱਥੇ ਹੋਵੇਗੀ ਕਿਉਂਕਿ 2-2 ਜੱਥੇ ਨਿਪਟਾਏ ਜਾਣਗੇ।